सतनाम वाहिगुरु साहिब जीओ। सिर कंपियो पग डगमगे, नैन जोत ते हीन। कहो नानक एह बिद भाई, तौ न हर रस लीन। सिर कंपियो पग डगमगे, नैन जोत ते हीन। कहो नानक एह बिद भई, तौ न हर रस लीन। निज कर देखियो जगत में, को काहू को नाहे। नानक थिर हर भगत है, तेह राखो मन माहे। निज कर देखियो जगत में, को काहू को नाहे। नानक थिर हर भगत है, तेह राखो मन माहे। वाहिगुरु जी का खालसा, वाहिगुरु जी की फतेह। गरीब नवाज सच्चे पातशाह जी, सर्व कला समर्थ अंतरजामी श्री गुरु ग्रंथ साहिब महाराज जी दे पावन पवित्र चरनां विच पहुँचे गुरु सवारे सतसंगी जनों, गुरु तेग बहादुर साहब पातशाह जी दे मुखार बिंद तो कीती हुई वैरागमई बाणी सलोकां विच अज दे दो सलोक 47 और 48 नंबर इन्हां बचनां दी विचार नूं हिरदे विच धारन दा यतन करिए। सतगुरां ने बचन कीते, बुढ़ेपा बुढ़ेपे दी तस्वीर पहले श्लोक विच खिंची है। सतगुरु ने जिवें दी हालात बुढ़ेपे विच बनदी, कहंदे सिर कंपियो, सिर कंबदा है, कमजोरी है शरीर विच। पग डगमगे, पग दा अर्थ है पैर, पैर डोलदे हन। नैन जोत ते हीन, अखां दी जोत, अखां दी दृष्टि कहंदे वो भी घट हो गई। सिर दा बल खत्म हो गया, बुद्धि काम नहीं करदी, पैरां तो तुरिया नहीं जांदा ते अखां दी नज़र घट गई। ये सारे बुढ़ेपे दे नक्शे हन। इस श्लोक विच एक होर बहुत प्यारी गल कही, कहन लगे जरूरी नहीं बंदे दे शरीर दी ताकत घटे ते उहदे मन दी इच्छा तृष्णा ते विकारां दी अग भी घटे। कहंदे जे बंदे ने जवानी विच नाम दा धन नहीं खटिया ते बुढ़ेपे विच शरीर ते जवाब दे गया, पर मन ने जवाब नहीं दिता। कहो नानक एह बिद भई, ये तरीका बन गया शरीर दा। तौ ना हर रस लीन, कहंदे तां भी ये हालत हुंदियां भी बचपन लंघ गया, जवानी लंघ गई ते शरीर बुढ़ा हो गया। शरीर बुढ़ा हो गया पर मन नहीं बुढ़ा होया। मन ने अपनी सारी जिंदगी दे विच शरीर की वरतों की, मन ने अपनी तृप्ति करने वास्ते, क्योंकि मन एक इस तरह की चीज़ है कभी तृप्त होने वाली नहीं। मन नूं तृप्त करने वाली इको ही खुराक है। वो खुराक गुरु ग्रंथ साहिब जी दे विच दसी,
ਬੰਦਾ ਕਿਉਂ ਦੌੜਦਾ, ਕਿਉਂ ਭੱਜਦਾ ਸਾਰੀ ਉਮਰ, ਕਿਉਂ ਯਤਨ ਕਰਦਾ, ਕਿਸ ਕੰਮ ਵਾਸਤੇ ਪੁੱਛਿਆ ਜਾਏ ਤੇ ਉਹਦੇ ਪਿੱਛੇ ਕੀ ਹੋਵੇਗਾ। ਜੇ ਆਪਾਂ ਕੋਈ ਸਾਧ ਸੰਗਤ ਕਾਹਦੇ ਵਾਸਤੇ ਕੰਮ ਕਰਨੇ, ਮਕਾਨ ਧਨ ਵਾਸਤੇ, ਅਸਵਾਰੀਆਂ ਵਾਸਤੇ, ਇਹ ਕਿਉਂ ਕੀਤਾ ਜਾਂਦਾ ਹੈ। ਇਹਦੇ ਪਿੱਛੇ ਤਨ ਦਾ ਰਜੇਵਾਂ ਨਹੀਂ, ਇਹਦੇ ਪਿੱਛੇ ਮਨ ਦਾ ਰਜੇਵਾਂ ਹੈ। ਮਨ ਰੱਜਣਾ ਚਾਹੁੰਦਾ ਹੈ, ਮਨ ਨੂੰ ਭੁੱਖ ਲੱਗੀ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ, ਕਹਿੰਦੇ ਵੇਖੋ ਮਨ ਦੀ ਭੁੱਖ ਮਿਟਾਉਣ ਵਾਸਤੇ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਮੰਗਨੇ ਆ, ਕੀ ਕੀ ਮੰਗੀਦਾ। ਗਿਣਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਇੱਕ ਗੱਲ ਛੋਟੇ ਲਫ਼ਜ਼ਾਂ ਵਿੱਚ ਵੱਡੀ ਗੱਲ ਕਰ ਦਿੱਤੀ। ਜੇ ਇੱਕ ਇੱਕ ਗਿਣਾਂਗੇ ਤੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਬੰਦਾ ਅਰਦਾਸ ਕਰਕੇ ਮੰਗਦਾ ਹੈ। ਕਾਹਦੇ ਵਾਸਤੇ? ਮੇਰੇ ਮਨ ਦੀ ਕਹਿੰਦੇ ਭੁੱਖ ਉਤਰ ਜਾ, ਹੋਰ ਤੇ ਕੋਈ ਤਰੀਕਾ ਨਹੀਂ। ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮਨ ਦੀ ਭੁੱਖ ਲਾਉਣ ਵਾਸਤੇ ਬਾਕੀ ਸਾਰੀਆਂ ਚੀਜ਼ਾਂ ਮੰਗ ਲੈਂਦਾ ਤੇ ਜਿਹੜੀ ਚੀਜ਼ ਨਾਲ ਮਨ ਦੀ ਭੁੱਖ ਲੈਣੀ ਉਹ ਨਹੀਂ ਮੰਗਦਾ। ਤਾਂ ਹੀ ਤੇ ਮੂਰਖ ਕਿਹਾ। ਉਸ ਬੰਦੇ ਨੂੰ ਮੂਰਖ ਹੀ ਕਵਾਂਗੇ ਨਾ ਕਿ ਜਿਹਨੂੰ ਲੱਗੀ ਹੋਵੇ ਪਿਆਸ, ਪਿਆਸ ਲੱਗੀ ਤੇ ਪਿਆਸ ਬੁੱਝਣੀ ਪਾਣੀ ਨਾਲ, ਤੇ ਮੰਗਦਾ ਹੈ ਕਿਸੇ ਦੁਕਾਨ ਵਾਲੇ ਨੂੰ, ਕਹਿੰਦਾ ਕੱਪੜਾ ਦੇ, ਕੱਪੜੇ ਨਾਲ ਪਿਆਸ ਬੁੱਝੇਗੀ। ਪਿਆਸ ਲੱਗੀ ਪਾਣੀ ਨਾਲ ਬੁੱਝਣੀ ਹੈ। ਮੰਗਦਾ ਸਾਧ ਸੰਗਤ ਆਟਾ ਕਿਸੇ ਦੁਕਾਨ ਤੋਂ, ਸੌਦਾ ਮੰਗਦਾ, ਉਹ ਕਿਵੇਂ ਆਟਾ ਕਿਵੇਂ ਪਿਆਸ ਬੁਝਾਏਗਾ? ਗਲਤ ਚੀਜ਼ ਹੈ। ਲੱਗੀ ਭੁੱਖ ਹੈ, ਭੁੱਖ ਬੁੱਝਣੀ ਹੈ। ਭੁੱਖ ਬੁਝੇਗੀ ਸਾਧ ਸੰਗਤ ਪ੍ਰਸ਼ਾਦੇ ਨਾਲ, ਮੰਗਦਾ ਹੋਰ ਕੁਝ ਪਿਆ ਹੈ। ਭੁੱਖ ਪ੍ਰਸ਼ਾਦੇ ਨਾਲ ਬੁੱਝਣੀ ਹੈ, ਮੰਗਦਾ ਹੋਰ ਏ। ਇਸ ਨੂੰ ਮੂਰਖ ਕਹਿੰਦੇ ਨੇ। ਹੋਰ ਵੀ ਉਦਾਹਰਨਾਂ ਦਿੱਤੀਆਂ, ਜਿਵੇਂ ਸਾਧ ਸੰਗਤ ਬੰਦੇ ਨੂੰ ਲੱਗਦਾ ਹੋਵੇ ਸੇਕ ਤੇ ਮੰਗੇ, ਸੇਕ ਤਾਂ ਗਰਮੀ ਤੇ ਹਟਣੀ, ਪਾਣੀ ਨਾਲ ਛਾਵੇਂ ਬੈਠਿਆਂ, ਤੇ ਮੰਗੀ ਜਾਏ ਧੁੱਪ ਤੇ ਅੱਗ, ਉਹਨੂੰ ਕੀ ਕਵਾਂਗੇ? ਮੂਰਖ ਹੈ। ਪਿਆਸ ਬੁੱਝਣੀ ਜਿਹੜੀ ਚੀਜ਼ ਦੇ ਨਾਲ, ਉਹ ਨਹੀਂ ਮੰਗਦਾ। ਤੇ ਸਤਿਗੁਰੂ ਨੇ ਕਿਹਾ ਜਿਹਦੇ ਨਾਲ ਤੇਰੇ ਮਨ ਦੀ ਭੁੱਖ ਉਤਰਨੀ ਹੈ, ਉਹ ਤੂੰ ਦਾਤ ਮੰਗਦਾ ਨਹੀਂ ਤੇ ਬਾਕੀ ਸਾਰੀਆਂ ਮੰਗੀ ਜਾਂਦਾ ਜਿਨ੍ਹਾਂ ਨਾਲ ਕਦੀ ਭੁੱਖ ਉਤਰਨੀ ਨਹੀਂ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹ ਪੰਕਤੀ ਇੱਕ ਗੱਲ ਸਪਸ਼ਟ ਕਰਦੀ ਏ, ਬੰਦਾ ਜੋ ਕੁਝ ਮੰਗਦਾ ਉਹ ਮਨ ਦੀ ਭੁੱਖ ਹਟਾਉਣ ਵਾਸਤੇ ਮੰਗਦਾ ਹੈ। ਬੰਦਾ ਜੋ ਕੁਝ ਕਰਦਾ ਹੈ ਕੱਲਾ ਮੰਗਦਾ ਨਹੀਂ, ਜਿੰਨੇ ਕੰਮ ਕਰਦਾ ਉਹ ਵੀ ਮਨ ਦੀ ਭੁੱਖ ਮਿਟਾਉਣ ਵਾਸਤੇ ਕਰਦਾ ਹੈ। ਪਰ ਭੁਲੇਖਾ ਇਹਨੂੰ ਇੱਕ ਲੱਗ ਗਿਆ, ਗੁਰੂ ਨੂੰ ਨਹੀਂ ਪੁੱਛਿਆ ਕਿ ਮਨ ਦੀ ਭੁੱਖ ਕਾਹਦੇ ਨਾਲ ਲੈਣੀ। ਸਤਿਗੁਰੂ ਨੇ ਦੱਸਿਆ ਰੱਬ ਦੇ ਨਾਮ ਤੋਂ ਬਿਨਾਂ ਤੂੰ ਸਾਰਾ ਕੁਝ ਮੰਗਣਾ ਹੈ ਤੇ ਸੋਚਣਾ ਹੈ ਉਹ ਸਾਰਾ ਕੁਝ ਮਿਲਣ ਤੋਂ ਬਾਅਦ ਮਨ ਦੀ ਭੁੱਖ ਲੈ ਗਈ। ਉਹ ਤੇ ਇਸ ਤਰ੍ਹਾਂ ਦੀ ਵਿਚਾਰਧਾਰਾ ਹੈ ਸੱਜਣਾ, ਜਿਵੇਂ ਕਿਸੇ ਦੇ ਘਰ ਨੂੰ ਲੱਗੀ ਅੱਗ, ਘਰ ਸੀ ਲੱਕੜਾਂ ਦਾ, ਅੱਗ ਮੱਚ ਗਈ, ਲਾਟਾਂ ਨਿਕਲਣ ਲੱਗ ਪਈਆਂ ਤੇ ਅੱਗ ਲੱਗੀ ਹੋਈ ਤਾਂ ਸੀ ਕਿਉਂਕਿ ਲੱਕੜ ਦਾ ਘਰ ਸੀ, ਤਾਂ ਅੱਗ ਲੱਗੀ। ਤੇ ਉਸ ਘਰ ਵਾਲੇ ਮਾਲਕ ਨੇ ਕੀ ਕੀਤਾ, ਅੱਗ ਬੁਝਣੀ ਸੀ ਪਾਣੀ ਨਾਲ, ਤੇ ਦੌੜ ਦੌੜ ਕੇ ਕੋਲ ਲੱਕੜਾਂ ਦਾ ਢੇਰ ਸੀ, ਲੱਕੜਾਂ ਵਗਾਉਣ ਲੱਗ ਪਿਆ। ਕਿਸੇ ਪੁੱਛਿਆ ਕੀ ਕਰਨਾ? ਕਹਿਣ ਲੱਗਾ ਅੱਗ ਬੁਝਾ ਰਹੇ ਆ। ਉਹਨੇ ਕਿਹਾ ਲੱਕੜਾਂ ਨਾਲ ਕਦੀ ਅੱਗ ਬੁਝੀ, ਇਹਦੇ ਨਾਲ ਤੇ ਹੋਰ ਮੱਚੇਗੀ। ਕਹਿਣ ਲੱਗਾ ਬਸ ਕੋਲ ਹੈ ਨਹੀਂ ਲੱਕੜਾਂ, ਤੇ ਹੋਰ ਪਾਈਏ ਕੀ ਇਹਦੇ ਉੱਤੇ? ਪਾਉਣੀਆਂ ਤੇ ਲੱਕੜਾਂ ਹੀ ਨੇ, ਹੋਰ ਕੀ ਪਾਵਾਂਗੇ? ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਹੜੀਆਂ ਚੀਜ਼ਾਂ ਨਾਲ
ਤੂੰ ਮਨ ਦੀ ਭੁੱਖ ਦੀ ਅੱਗ ਬੁਝਾਉਣਾ ਚਾਹੁੰਦਾ ਹੈ, ਉਹ ਇਸ ਤਰ੍ਹਾਂ ਜਿਵੇਂ ਲੱਕੜਾਂ ਅੱਗ ਤੇ ਵਗਾਈ ਦੀਆਂ ਨੇ ਤੇ ਸੋਚੇ ਆਦਮੀ ਵੀ ਬੁੱਝ ਜਾਏਗੀ, ਉਹ ਤੇ ਲੱਕੜਾਂ ਨੂੰ ਤੇ ਹੋਰ ਅੱਗ ਲੱਗਦੀ। ਸਗੋਂ ਜਿਵੇਂ ਕਿਸੇ ਨੂੰ ਅੱਗ ਲੱਗੀ ਹੋਵੇ, ਉੱਤੇ ਤੇਲ ਹੋਰ ਪਾਏ, ਪਦਾਰਥ ਹੋਰ ਪਾਈ ਜਾ, ਕਿਵੇਂ ਬੁਝੇਗੀ? ਕਦੀ ਨਹੀਂ ਬੁਝ ਸਕਦੀ। ਬਸ ਇਹ ਸਤਿਗੁਰਾਂ ਨੇ ਸੰਦੇਸ਼ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਬੰਦੇ ਨੂੰ ਕਿਤੇ ਸਮਝ ਆ ਜਾਏ ਗਲਤ ਮੋੜ ਤੇ ਜਾ ਰਹੇ। ਗੁਰੂ ਦੀ ਲੋੜ, ਮੈਂ ਇੱਕ ਬੇਨਤੀ ਕਰਾਂ, ਗੁਰੂ ਦੀ ਲੋੜ ਸੰਸਾਰ ਨੂੰ ਕਿਉਂ ਪਈ? ਕਾਹਦੇ ਵਾਸਤੇ ਪਈ? ਕਿਉਂਕਿ ਗੁਰੂ ਨੂੰ ਤੇ ਸੰਸਾਰ ਦੀ ਲੋੜ ਹੀ ਕੋਈ ਨਹੀਂ ਹੈ। ਗੁਰੂ ਨੂੰ ਕੋਈ ਲੋੜ ਨਹੀਂ ਸੰਸਾਰ ਦੀ। ਗੁਰੂ ਸਿਰਫ ਇੱਕ ਵਾਸ਼ਨਾ ਅਧੀਨ ਹੀ ਸੰਸਾਰ ਵਿੱਚ ਆਏ ਨੇ। ਉਹ ਵਾਸ਼ਨਾ ਹੈ, ਉਹ ਲੋਭ ਹੈ, ਪਰ ਉਪਕਾਰ। ਤਰਸ ਤਹਿਤ, ਤਰਸ ਆ ਗਿਆ। ਜਿਵੇਂ ਆਪਾਂ ਤੁਰੇ ਜਾਂਦੇ ਹੋਈਏ ਨਾ, ਕਈ ਵਾਰੀ ਸਾਨੂੰ ਕੋਈ ਬੰਦਾ ਇੱਧਰ ਉੱਧਰ ਭਟਕਦਾ ਹੋਵੇ, ਰਾਹ ਨਾ ਲੱਭੇ ਗਲੀਆਂ ਵਿੱਚ, ਤੇ ਜਿਹੜਾ ਚੰਗਾ ਆਦਮੀ ਹੈ ਉਹਨੂੰ ਆਪਣੇ ਆਪ ਇਹ ਹੁੰਦਾ ਵੀ ਇਸ ਬੰਦੇ ਨੂੰ ਆਪ ਥੋੜਾ ਜਿਹਾ ਰਾਹ ਦੱਸਦੀ, ਵਿਚਾਰਾ ਭਟਕਦਾ ਫਿਰਦਾ। ਬਸ ਗੁਰੂ ਤੇ ਤਾਂ ਆਏ, ਉਹਨਾਂ ਸਾਨੂੰ ਵੇਖਿਆ ਵੀ ਜਿਉਂ ਸਵੇਰੇ ਉੱਠਦੇ ਨੇ ਭਟਕਦੇ ਹੀ ਫਿਰਦੇ ਨੇ, ਸਾਰਾ ਦਿਨ ਪਹੁੰਚਦੇ ਕਿਤੇ ਵੀ ਨਹੀਂ। ਕੋਈ ਰਾਹ ਹੀ ਦੱਸਦੀ ਇਹਨਾਂ ਨੂੰ ਕਿੱਧਰ ਜਾਈਦਾ, ਰਾਹ ਤੇ ਵਿਖਾਈਏ। ਗੁਰੂ ਕਾਹਦੇ ਵਾਸਤੇ? ਸਾਹਿਬ ਕਹਿੰਦੇ ਭੂਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੁੱਲਿਆਂ ਨੂੰ ਵੇਖ ਕੇ ਤਰਸ ਆ ਗਿਆ ਵੀ ਕੋਈ ਕਿਤੇ ਭੱਜਾ ਫਿਰਦਾ, ਕੋਈ ਕਿਤੇ। ਠੀਕ ਹੈ, ਚੀਜ਼ਾਂ ਸਨ ਗੁਜ਼ਾਰਾ ਕਰਨ ਵਾਸਤੇ, ਇਹ ਸਾਰੀਆਂ ਚੀਜ਼ਾਂ ਸਨ ਗੁਜ਼ਾਰਾ ਕਰਨ ਵਾਸਤੇ, ਪਰ ਕਿੱਧਰ ਭਟਕ ਗਿਆ, ਕਿਹੜੇ ਪਾਸੇ ਚਲਾ ਗਿਆ, ਵੇਖ ਕੇ ਤਰਸ ਆਇਆ। ਤਾਂ ਸਾਹਿਬ ਕਹਿੰਦੇ ਭੂਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਹੁਣ ਇੱਥੇ ਗੁਰੂ ਨੇ ਕਿਹੜਾ ਰਾਹ ਦੱਸਿਆ? ਅਗਲੀ ਪੰਕਤੀ ਵਿੱਚ ਰਾਹ ਵੀ ਦੱਸ ਦਿੱਤਾ। ਹੇ ਭੁੱਲੇ ਮਨੁੱਖ, ਤੂੰ ਭੁੱਲ ਗਿਆ, ਗਲਤ ਰਾਹਾਂ ਤੇ ਥੱਕੀ ਵੀ ਜਾਣਾ, ਬਣਦਾ ਵੀ ਤੇਰਾ ਕੁਝ ਨਹੀਂ, ਥੱਕ ਟੁੱਟ ਕੇ ਡਿੱਗ ਪਿਆ। ਹੋਰ ਕੀ ਮਿਲਦਾ ਸੰਸਾਰ ਵਿੱਚੋਂ? ਥਕੇਵੇਂ ਤੋਂ ਸਿਵਾ, ਰੋਗਾਂ ਤੋਂ ਸਿਵਾ, ਪਛਤਾਵੇ ਤੋਂ ਸਿਵਾ। ਪੁੱਛ ਕੇ ਵੇਖੋ, ਪੁੱਛੋ ਜਿਨ੍ਹਾਂ ਨੇ ਭੱਜ ਕੇ ਵੇਖ ਲਿਆ। ਇੱਕ ਤੇ ਅਜੇ ਖੜੇ ਨੇ ਕਿ ਰੇਸ ਸ਼ੁਰੂ ਹੋਣ ਵਾਲੀ, ਬਚਪਨ ਹੈ। ਉਹ ਉਸ ਲਾਈਨ ਵਿੱਚ ਨੇ ਕਿ ਗੇਮ ਆਰੰਭ ਹੋਣ ਵਾਲੀ ਹੈ, ਸ਼ਾਇਦ ਪਤਾ ਨਹੀਂ ਇਹਦੇ ਵਿੱਚੋਂ ਕੀ ਮਿਲ ਜਾਏਗਾ। ਚਲੋ ਠੀਕ ਹੈ, ਖੇਡ ਤੇ ਖੇਡਣੀ, ਜਿਹੜਾ ਇੱਥੇ ਆਇਆ ਉਹਨੂੰ ਖੇਡਣਾ ਤੇ ਪੈਣਾ ਹੀ ਹੈ। ਸਤਿਗੁਰੂ ਕਹਿੰਦੇ ਖੇਡ ਖੇਡੀ, ਪਰ ਗੁਰੂ ਨੂੰ, ਰੈਫਰੀ ਨੂੰ ਪੁੱਛ ਕੇ, ਐਵੇਂ ਨਾ ਗਲਤ ਇੱਧਰ ਉੱਧਰ ਤੁਰਿਆ ਫਿਰੀ, ਕਿਤੇ ਕੋਈ ਇੱਕ ਅੱਧੀ ਚੀਜ਼ ਜਿੱਤ ਜਾਏਗਾ, ਨਹੀਂ ਤੇ ਹਾਰ ਕੇ ਚਲਾ ਜਾਏਗਾ। ਗੁਰੂ ਨੇ ਦੱਸਿਆ ਤੂੰ ਭੁੱਲ ਗਿਆ, ਜਿਹੜੇ ਰਾਹਾਂ ਤੇ ਤੂੰ ਜਾ ਰਿਹਾ ਉੱਥੇ ਜਿਹੜੀ ਤੇਰੀ ਸੋਚ ਬਣ ਗਈ ਉਹਨੂੰ ਬਦਲ ਲੈ। ਵਿਚਾਰ ਬਦਲ, ਕਰਮ ਬਦਲ ਤੇ ਭਾਵ ਬਦਲ ਲੈ। ਤਿੰਨ ਚੀਜ਼ਾਂ ਨੇ, ਇਹ ਤਿੰਨ ਚੀਜ਼ਾਂ ਨੂੰ ਤਬਦੀਲ ਕਰਨਾ ਹੀ ਗੁਰਦੁਆਰੇ ਆਉਣਾ ਹੈ। ਕਰਮ ਬਦਲ, ਕਰਮ ਦਾ ਅਰਥ ਕਰਮ ਇੰਦਰੀਆਂ ਦੁਆਰਾ। ਜਿਵੇਂ ਸਾਡੇ ਹੱਥ ਨੇ, ਇਹਨਾਂ ਹੱਥਾਂ ਨਾਲ ਜੇ ਅਸੀਂ ਕਿਸੇ ਦਾ ਹੱਕ ਖੋਹਿਆ ਤੇ ਗੁਰੂ ਕਹਿੰਦੇ ਇਹਨੂੰ ਬਦਲ ਲੈ। ਇਹਨਾਂ ਹੱਥਾਂ ਨੂੰ ਕਿਸੇ ਦਾ ਹੱਕ ਖੋਹਣ ਤੋਂ ਹਟਾ ਕੇ ਇਹਨਾਂ ਹੱਥਾਂ ਨਾਲ ਕਿਸੇ ਨੂੰ ਦੇਣ ਦੀ ਜਾਚ ਸਿੱਖ ਲੈ। ਕਰਮ ਤਬਦੀਲ ਹੋ ਗਿਆ। ਜਦੋਂ ਇਹਨਾਂ ਅੱਖਾਂ ਨਾਲ ਤੂੰ ਕਿਸੇ ਦੀ ਚੀਜ਼ ਵੇਖਣਾ, ਵਸਤੂ ਵੇਖਣਾ, ਵੱਡਾ ਕੁਝ ਸਮਾਨ, ਤੇ ਤੇਰੀਆਂ ਅੱਖਾਂ ਦੇ ਵਿੱਚ ਲੋਭ ਪੈਦਾ ਹੋ ਜਾਂਦਾ, ਮੇਰੇ ਕੋਲ ਇਸ ਤੋਂ ਵੱਡਾ ਹੋਵੇ, ਸਭ ਕੁਝ ਜ਼ਿਆਦਾ ਹੋ ਜਾਏ। ਇਹਨੂੰ ਤੂੰ ਬਦਲ ਕਰ ਦੇ, ਬਦਲ ਦੇ, ਇਸ ਨੂੰ ਵੇਖਣਾ ਬਦਲ ਲੈ। ਕਰਮ ਬਦਲ ਗਿਆ। ਆਪਣੇ ਕੰਨਾਂ ਨਾਲ ਦਿਨ ਰਾਤ ਤੈਨੂੰ ਇੱਕੋ ਇੱਛਾ ਹੈ, ਕੋਈ ਪਾ ਦੇ ਹਾਰ ਗਲ ਵਿੱਚ ਆ ਕੇ ਉਸਤਤ ਦਾ। ਚਾਰ ਬੰਦੇ ਕਹਿਣ ਤਾਂ ਸਹੀ ਕਿ ਤੂੰ ਬਹੁਤ ਵਧੀਆ ਕੀਤਾ ਹੈ, ਇਹ ਤੇਰਾ ਕਰਮ ਹੈ। ਤੇ ਤੇਰੇ ਅੰਦਰ ਜੇ ਕੋਈ ਤੈਨੂੰ ਮਾੜਾ ਕਹਿੰਦਾ ਤੇ ਦੁਖੀ ਬੜਾ ਹੋ ਜਾਂਦਾ ਹੈ। ਤੇਰੇ ਵਿੱਚ ਹੈ ਇੱਕ ਹੰਕਾਰ, ਇਹਨੂੰ ਬਦਲ। ਕੰਨਾਂ ਦੀ ਸਰੋਤ ਨੂੰ ਆਪਣੀ ਵਡਿਆਈ ਦੀ ਇੱਛਾ ਛੱਡ ਦੇ, ਰੱਬ ਦੀ ਵਡਿਆਈ ਕਰਿਆ ਕਰ। ਅੰਦਰ ਕਿਤੇ ਦੁੱਖ ਕੀ ਹੈ,
मैं पहला भी बेनती की सी, बंदा दुख तो निजात की गल ते हर एक करदा है। कोई बंदा जा रहा सी ते एक रोग है साध संगत, छोटी जी बेनती करदे, मनो रोग उन्होंने कहते, मन का रोग, मनो विज्ञान वो अजकल बहुत ज्यादा हो गया। वो मन का रोग की है, मन एक दुख विच रहन दा आदि हो गया, दुखी रहना, खुशी नूं सहन नहीं करता। सच जानो रोग है। जेड़े मनो रोगी डॉक्टर ने उन्होंने पुछ के वेखो, कहते बिल्कुल रोग है। जिस बंदे नूं ये रोग चंबड़ गया ना, जे वो घंटा दो खुशी का माहौल आया तो वो कोई ना कोई विरल लभ लैगा भी कित्थों दुख शुरू करिए, कोई राह ते मिले, कोई तरीका ते। फिर जदों एक पूरा दुखी आप भी हो लिया, दूजे नूं भी कर लिया, जोर लग गया सारा, फिर सुख लभन लग पे। एक रोग ये ना विदेश विच इस रोग तो पीड़ित जेड़े बंदे ने वो इत्थों तक चले जाते ने, अपने पैरों विच किल चबाउंदे ने जेड़े, क्योंकि जिन्हां ने खोज की उन्हां किताबां विच लिखिआ दर्द होनी चाहिए, उन्होंने ठीक नहीं रह सकते। और इस तरह के भी वो रोगी ने साध संगत जी कि वो अपने पैरों विच जुत्ती दे विच छोटे छोटे किल लवा लेंदे ने ताकि तुरंत थल्लों दर्द होवे। ये क्यों हुंदा है? जीवन का एक हिसाब है, जीवन का एक मैथ है। गुरु ग्रंथ साहब कहते ने तेनू की चाहिदा, तेनू चाहिदा की है? ते कुदरती तौर ते बंदे दी मंग है, मैनू सुख चाहिदा है, तुसी दिओ। सच्चे पातशाह कहते तू मेरे कोलों की मंगण आया? मैं तेनू ये दस देना, जो कुछ तू देगा वो ही तेनू मिल जाना है। दिता लईए अपना, भाई गुरदास जी, दिता लईए अपना, अण दिता किछ हथ ना आवे। जो कुछ तेनू चाहिदा उन्होंने वंड। तां ही ते ये सिद्धांत सी कि 1 रुपया दिओ ते कहंदे रब 100 रुपया देंदा। सुनिया होवेगा तुसीं। असी गल रुपइयां तक खड़ी कर दित्ती भी गुरुद्वारे मंदिर विच 100 रुपया दिओ ते 1000 मिलेगा। ये है बहुत बड़ा विज्ञान सी, कल्ले पैसिਆਂ तक गल नहीं सी। एक बड़ी वड्डी खोज सी कि जेड़ा काम तू एक बारी करना है, परत के तेरा मन उन्होंने 1000 बारी करन वास्ते प्रेरेगा, खिंचेगा, तेनू खिंच पाएगा तेरे मन दे विच। वेख के शुरू करी, जो कीता वो मन दे विच सुभाव बन के बह जाना है। मन का सुभाव बन जाएगा, सुभाव बनेगा तो फिर वो बार बार बंदा करेगा, उसनों खिंचेगा उसनों। इस करके सच्चे पातशाह जी एक बचन कहते ने, बड़े प्यारे बचन ने सतगुरां दे। वो कहते ने एक बीज बीज ते 1000, वो तेरी जिंदगी विच मिलेगा। ते जे दिता ही दुख है ते फिर मिलेगा सुख किथों? जो कुछ देंगे वो वापस मिल जाएगा। तां ये है एक रोग। ते जुत्ती विच किल पा के बंदा तुरे। ते गुरु ग्रंथ साहब सच्चे पातशाह जी कहंदे कि साकत हर रस साध न जानिया, तिन अंतर हौमै कंडा है। ज्यों ज्यों चलै चुभै दुख पावै, जमकाल सहे सिर डंडा है। ज्यों ज्यों बंदा, जे बंदे दी जुत्ती विच किल दा नोक है, ज्यों ज्यों तुरेगा ओनू वो दुख लगेगा। इस करके बेनती कर रहा सा, सतगुरु ने दसिया किधर भुल गया है। कर्म बदल लै अपना, सुनना बदल लै, अपनी उस्तत सुनन दी आदत छड्ड के कन्नां नाल वाहिगुरू दी उस्तत सुनिया कर। अपनी निंदिया तो घबराया ना कर। दूजी गल रसना नाल बोलीदा, कहन लगे रसना नाल बोलना है, वो भी ठीक कर। कर्म मैं 3 चीज़ां कही सन, धर्मी बंदे ने 3 चीज़ां बदल लिया तो राह सीधा हो गया। पहला कर्म, बोलना कर्म हुंदा, बोलना कर्म हुंदा। की बोलना चाहिए है? सब कहंदे बोलो हो राम करे निस्तारा।
ਵਾਹਿਗੁਰੂ ਦਾ ਨਾਮ ਬੋਲੋ, ਤੁਹਾਡੀ ਜ਼ਿੰਦਗੀ ਦਾ ਫੈਸਲਾ ਹੋ ਜਾਏਗਾ। ਨਿਸਤਾਰਾ ਦਾ ਅਰਥ ਹੈ ਫੈਸਲਾ ਹੋ ਜਾਣਾ। ਸਹਿਬ ਕਹਿੰਦੇ ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ। ਗੁਰੂ ਦੀ ਕਿਰਪਾ ਨਾਲ ਇੱਕ ਵਾਹਿਗੁਰੂ ਦੇ ਨਾਮ ਦਾ ਰਤਨ ਤੈਨੂੰ ਆਪਣੀ ਜ਼ਿੰਦਗੀ ਵਿੱਚੋਂ ਲੱਭ ਪਏਗਾ। ਕਿਵੇਂ ਲੱਭੇਗਾ? ਜੇ ਨਾਮ ਬੋਲੇਗਾ। ਬਾਬਾ ਫਰੀਦ ਸਾਹਿਬ ਕਹਿੰਦੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਕੀ ਬੋਲਣਾ ਚਾਹੀਦਾ ਹੈ? ਸੱਚ। ਸੱਚ ਦਾ ਅਰਥ ਹੈ ਨਾਮ ਬੋਲ, ਉਚਾਰਨ ਕਰ, ਬੋਲ, ਆਵਾਜ਼ ਕੱਢ ਉਹਦੀ, ਉਹਨੂੰ ਪੁਕਾਰ। ਇੰਨਾ ਬੋਲ ਉਸ ਨੂੰ ਕਿ ਉਹ ਬੋਲਣਾ ਕੂਕਣਾ ਬਣ ਜਾਏ। ਕਬੀਰ ਸਾਹਿਬ ਨੇ ਬੜੇ ਪਿਆਰੇ ਬਚਨ ਕੀਤੇ, ਕਹਿੰਦੇ ਕੇਸ਼ੋ ਕੇਸ਼ੋ ਕੂਕੀਐ ਨਾ ਸੋਈਐ ਆਸਾਰ। ਕੇਸ਼ੋ ਦਾ ਅਰਥ ਹੈ ਪਰਮਾਤਮਾ। ਕੇਸ਼ਵ ਕੇਸਾਂ ਵਾਲਾ, ਰੱਬ ਨੂੰ ਕੇਸਾਂ ਵਾਲਾ ਕਿਹਾ ਗੁਰਬਾਣੀ ਵਿੱਚ। ਉਹ ਵਾਹਿਗੁਰੂ ਜਿਹਦੇ ਕੇਸ ਹਨ, ਉਹਨੂੰ ਪੁਕਾਰ, ਉਹਨੂੰ ਬੋਲ। ਕੇਸ਼ੋ ਕੇਸ਼ੋ ਕੂਕੀਐ ਨਾ ਸੋਈਐ ਆਸਾਰ। ਫਿਰ ਕੀ ਹੋਵੇਗਾ? ਕਹਿੰਦੇ ਰਾਤ ਦਿਵਸ ਕੇ ਕੂਕਣੇ, ਕਬੂ ਕੇ ਸੁਣੈ ਪੁਕਾਰ। ਦਿਨ ਰਾਤ ਉਹਨੂੰ ਬੋਲੀ ਜਾ, ਕਦੀ ਤਾਂ ਸੁਣੇਗਾ ਹੀ। ਬੋਲਣ ਦਾ ਕਿੰਨਾ ਫਲ ਹੈ ਰਸਨਾ ਨਾਲ। ਸਹਿਬ ਕਹਿੰਦੇ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਲ ਸੁਣੀ ਪੁਕਾਰ। ਮੇਘ ਨੋ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਬੋਲੋ ਰਾਮ ਕਰੇ ਨਿਸਤਾਰਾ। ਬੋਲੋ ਉਸਨੂੰ। ਕਿੰਨਾ ਕੁ ਬੋਲੀਏ? ਸਹਿਬ ਕਹਿੰਦੇ ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਕੀ ਬੋਲੀਏ ਮੂੰਹ ਤੋਂ? ਕਦੋਂ ਬੋਲੀਏ? ਸਮਾਂ ਵੀ ਦੱਸ ਦਿੱਤਾ, ਇਹ ਵੀ ਦੱਸ ਦਿੱਤਾ ਬੋਲਣਾ ਕੀ ਹੈ। ਸਹਿਬ ਕਹਿੰਦੇ ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਇਹ ਬੋਲ ਅੰਮ੍ਰਿਤ ਵੇਲੇ। ਕਿੰਨਾ ਕੁ ਬੋਲੀਏ? ਹਜੂਰ ਕਹਿੰਦੇ ਇੱਕ ਦੂ ਜੀਬੋਂ ਲੱਖ ਹੋਏ, ਲੱਖ ਹੋਵੈ ਲੱਖ 20। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇੱਕ ਵਾਹਿਗੁਰੂ ਦੇ ਨਾਮ ਨੂੰ ਜਿੰਨੀ ਵਾਰੀ ਤੂੰ ਬੋਲ ਸਕੇ ਓਨੀ ਵਾਰੀ ਬੋਲ, ਲੱਖਾਂ ਵਾਰੀ ਬੋਲ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਮਹਾਰਾਜ ਇਹ ਬੋਲਣ ਨਾਲ ਕੀ ਹੋਵੇਗਾ? ਸਾਹਿਬ ਕਹਿੰਦੇ ਏਤ ਰਾਹੇ। ਧਿਆਨ ਦੇਣਾ, ਮੈਂ ਪੰਕਤੀ ਪੜ੍ਹ ਕੇ ਅੱਗੇ ਚਲਾ ਗਿਆ ਸੀ। ਭੁੱਲੇ ਹੋਏ ਨੂੰ ਗੁਰੂ ਨੇ ਰਾਹ ਦੱਸਿਆ। ਉੱਥੇ ਸ਼ਬਦ ਰਾਹ, ਭੁੱਲੇ ਮਾਰਗ ਜਿਨ੍ਹਾਂ ਬਤਾਇਆ। ਕਿਉਂਕਿ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ। ਜਦੋਂ ਗੁਰੂ ਸਾਹਿਬ ਕਹਿਣਗੇ ਨਾ ਭੁੱਲੇ ਨੂੰ ਰਾਹ ਦੱਸ ਦਿੱਤਾ, ਤੇ ਉੱਥੇ ਇੱਕ ਖਿਆਲ ਆ ਜਾਏਗਾ ਮਨ ਅੰਦਰ, ਸਾਧ ਸੰਗਤ ਜੀ, ਉਹ ਰਾਹ ਕਿਹੜਾ ਹੈ? ਕਿਉਂਕਿ ਕੋਈ ਸੜਕ ਤਾਂ ਹੈ ਨਹੀਂ, ਕੋਈ ਰਾਹ ਤੇ ਹੈ ਨਹੀਂ। ਕਿਹੜਾ ਰਾਹ ਹੈ? ਗੁਰੂ ਗ੍ਰੰਥ ਸਾਹਿਬ ਜੀ ਨੇ ਰਾਹ ਵੀ ਦੱਸ ਦਿੱਤਾ। ਸਾਹਿਬ ਕਹਿੰਦੇ ਏਤ ਰਾਹੇ, ਇਸ ਰਾਹ ਤੇ ਤੁਰ। ਕਿਹੜਾ ਰਾਹ? ਇੱਕ ਦੋ ਜੀਬੋਂ ਲੱਖ ਹੋਏ, ਲੱਖ ਹੋਵੈ ਲੱਖ 20। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹੇ, ਇਹ ਹੈ ਰਾਹ, ਹੋਰ ਕੋਈ ਰਾਹ ਨਹੀਂ, ਹੋਰ ਕੋਈ ਸੜਕ ਨਹੀਂ। ਜਿਹਨੂੰ ਇਹ ਰਾਹ ਲੱਭ ਗਿਆ, ਸਾਧ ਸੰਗਤ ਉਹਨੇ ਦੂਜੇ ਰਾਹਾਂ ਤੇ ਤੁਰਨਾ ਆਪੇ ਹੀ ਬੰਦ ਕਰ ਦੇਣਾ ਹੈ। ਕਿਉਂਕਿ ਬੰਦਾ ਤੁਸੀਂ ਵੇਖਿਆ ਹੋਵੇਗਾ, ਜਦੋਂ ਇੱਕ ਰਾਹ ਤੇ ਤੁਰਦਾ ਦੂਜਾ ਰਾਹ ਆਪੇ ਛੁੱਟ ਜਾਂਦਾ ਹੈ। ਇੱਕੋ ਰਾਹ ਤੇ ਤੁਰੇਗਾ ਨਾ। ਇਹ ਸਾਰੇ ਰਾਹ ਨੇ, ਅੱਖਾਂ ਰਾਹ ਨੇ, ਕੰਨ ਰਾਹ ਨੇ, ਮੂੰਹ ਰਾਹ ਹੈ। ਇਹ ਦਰਵਾਜ਼ੇ ਨੇ, 9 ਦਰਵਾਜ਼ੇ ਪ੍ਰਗਟ ਕੀਏ। 9ਵਾਂ ਨਾਲ ਸੰਸਾਰ ਵੱਲ ਜਾਈਦਾ ਹੈ।
ਤੇ ਜਦੋਂ ਬੰਦਾ ਬੋਲਦਾ ਨਾਮ ਨੂੰ, ਉਹ ਦਸਵੇਂ ਦੀ ਵਰਤੋਂ ਕਰਨ ਲੱਗ ਪੈਂਦਾ, ਧਿਆਨ ਦੀ ਵਰਤੋਂ ਕਰਨ ਲੱਗ ਪੈਂਦਾ। ਉਹ ਹੈ ਰਾਹ। ਜਦੋਂ ਉਸ ਰਾਹ ਤੇ ਜਾਏਗਾ, ਸਾਧ ਸੰਗਤ ਨਿਸ਼ਾਨੀ ਕੀ ਏ? ਬੰਦਾ ਸੰਸਾਰਿਕ ਤੌਰ ਤੇ ਸਧਾਰਨ ਹੈ, ਸਿੰਪਲ ਹੈ, ਸਰਲ ਹੈ, ਸਿੱਧਾ ਸਾਦਾ ਹੈ। ਕੀ ਨਿਸ਼ਾਨੀ? ਇਹਦਾ ਸਫ਼ਰ ਕਿਤੇ ਰੱਬ ਨਾਲ ਸ਼ੁਰੂ ਹੋਇਆ, ਰੱਬ ਵਾਲੇ ਪਾਸੇ ਤੁਰਿਆ। ਤੇ ਜੇ ਰੱਬ ਵਾਲੇ ਪਾਸੇ ਨਹੀਂ ਤੁਰਿਆ, ਫਿਰ ਉਹ ਹੀ ਸ਼ਕਤੀ ਸੰਸਾਰ ਵੱਲ, ਜਿਵੇਂ ਬੇਲਗਾਮ ਘੋੜਾ ਭੱਜਦਾ ਹੈ, ਬੇਹਤਾਸ਼ਾ ਭੱਜਦਾ, ਆਪੇ ਹੀ ਤੁਰੇਗਾ, ਹੋਰ ਕੀ ਕਰੇਗਾ? ਹੋਰ ਉਹਨੇ ਕਰਨਾ ਵੀ ਕੀ ਏ? ਇੱਕ ਰਾਹ ਭੁੱਲ ਗਿਆ। ਸਾਧ ਸੰਗਤ ਪਹੁੰਚਣ ਵਾਲਾ ਰਾਹ ਤੇ ਇੱਕ ਹੀ ਹੁੰਦਾ ਹੈ, ਭਟਕਣ ਵਾਲੇ ਹਜ਼ਾਰਾਂ ਹੁੰਦੇ ਨੇ। ਜ਼ਿੰਦਗੀ ਦਾ ਰਾਹ ਇੱਕ ਹੈ ਤੇ ਭਟਕਣ ਦੇ ਪਤਾ ਨਹੀਂ ਕਿੰਨੇ ਕੁ ਰਾਹ ਨੇ। ਉਹ ਇੱਕ ਰਾਹ ਦੱਸਿਆ ਤੇ ਸਤਿਗੁਰੂ ਕਹਿੰਦੇ ਪਤਾ ਨਹੀਂ ਲੱਗਦਾ ਇੰਨੀ ਜਲਦੀ, ਬੜਾ ਔਖਾ। ਧਰਮੀ ਨੂੰ, ਆਦਮੀ ਨੂੰ ਵੀ ਬੜੀ ਮੁਸ਼ਕਲ ਲੱਭਦਾ, ਬੜਾ ਔਖਾ ਹੈ। ਤੁਰ ਤੁਰ ਕੇ, ਭਟਕ ਭਟਕ ਕੇ ਫਿਰ ਇੱਕ ਪਤਾ ਲੱਗਦਾ ਹੈ। ਫਿਰ ਸਾਹਿਬ ਕਹਿੰਦੇ, ਗੁਰਾ ਇੱਕ ਦੇ ਬੁਝਾਈ, ਇੱਕ ਗੱਲ ਮੈਨੂੰ ਦੱਸ, ਕੀ ਹੈ ਧਰਮ? ਜੀਵਨ ਹੈ ਕੀ ਹੈ? ਅਸੀਂ ਤੇ ਮਿੱਟੀ ਦੇ ਪਾਸੇ ਲੱਗ ਗਏ, ਆ ਸਰੀਰ ਨੂੰ ਲਿੰਬ ਪੋਚ ਤੇ ਜ਼ਿੰਦਗੀ ਗੁਜ਼ਾਰ ਦਿੱਤੀ। ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਪਿੱਛੇ ਲੰਘਿਆ, ਉਹ ਜੁੱਤੀਆਂ ਗੰਢਦੇ ਸਨ। ਲੋਕਾਂ ਨੇ ਕਿਹਾ ਚਮਾਰ ਵੀ ਭਗਤ ਹੁੰਦੇ ਨੇ, ਚੰਬ ਦਾ ਕੰਮ ਕਰਨ ਵਾਲੇ, ਤੁਸੀਂ ਕਿਵੇਂ ਭਗਤ ਹੋ? ਤੇ ਭਗਤ ਜੀ ਕਹਿੰਦੇ ਨੇ, ਅਸੀਂ ਤੇ ਅਜੇ ਛੋਟੇ ਮੋਟੇ ਚਮਾਰ, ਤੁਸੀਂ ਬਹੁਤ ਵੱਡੇ ਚਮਾਰ ਹੋ। ਪੁੱਛਣ ਵਾਲਾ ਕੋਈ ਚੰਗਾ ਅਮੀਰ ਲੱਗਦਾ ਹੈ, ਚੰਗਾ ਉਸਨੇ ਵਧੀਆ ਵਸਤਰ ਸਰੀਰ ਨੂੰ ਸਵਾਰਿਆ ਹੋਵੇਗਾ। ਉਹ ਕਹਿੰਦੇ ਤੁਸੀਂ ਵੱਡੇ ਚਮਾਰ, ਅਸੀਂ ਛੋਟੇ ਚਮਾਰ। ਕਿਉਂ? ਕਹਿੰਦੇ ਅਸੀਂ ਤੇ ਪਸ਼ੂਆਂ ਦੀ ਖੱਲ ਨੂੰ ਗੰਢਦੇ ਆ, ਤੁਸੀਂ ਆਪਣੇ ਬੰਦੇ ਦੀ ਸਰੀਰ ਨੂੰ ਹੀ ਗੰਢੀ ਜਾਂਦੇ ਹੋ ਦਿਨ ਰਾਤ। ਕਿਤੋਂ ਇਹਨੂੰ ਕੱਟੀ ਜਾਂਦੇ ਹੋ, ਕਿਤੇ ਵੱਢੀ ਜਾਂਦੇ ਹੋ, ਕਿਤੇ ਗੰਢੀ ਜਾਂਦੇ ਹੋ। ਹੋਰ ਤੁਸੀਂ ਕੀ ਕਰਨਾ? ਕੌਣ ਹੈ ਚਮਾਰ? ਸ਼ਬਦ ਦੇ ਅਰਥ ਕੀ ਨੇ? ਇਹ ਜਾਤ ਨਹੀਂ ਹੈ ਸਾਧ ਸੰਗਤ, ਜਾਤ ਕੋਈ ਨਹੀਂ ਹੁੰਦੀ। ਅਸੀਂ ਵੈਸੇ ਕਹਿ ਦਿੰਦੇ ਆ ਜਾਤ, ਜਿਵੇਂ ਅਸੀਂ ਕੁੰਭਾਰ ਕਹਿੰਦੇ ਆ। ਕੁੰਭਾਰ ਸ਼ਬਦ ਕੁੰਭ ਤੋਂ ਬਣਿਆ, ਕੁੰਭ ਦਾ ਅਰਥ ਹੈ ਘੜਾ। ਜਿਹੜਾ ਬੰਦਾ ਘੜੇ ਬਣਾਉਂਦਾ ਉਹਨੂੰ ਕਹਿੰਦੇ ਕੁੰਭਹਾਰ, ਕੁੰਭਾਰ ਉਹਨੂੰ ਕਹਿੰਦੇ ਨੇ, ਕੁੰਭ ਦਾ ਕੰਮ ਕਰਦਾ। ਤੇ ਜਿਹੜਾ ਸਾਧ ਸੰਗਤ ਜੀ ਚੰਮ ਦਾ ਕੰਮ ਕਰੇ, ਚਮੜੇ ਨਾਲ ਹੀ ਪ੍ਰੀਤ ਲਾਈ ਰੱਖੇ ਦਿਨ ਰਾਤ, ਦੱਸੋ ਉਹਨੂੰ ਇਨਸਾਨ ਕਿਵੇਂ ਕਵਾਂਗੇ? ਉਹ ਤੇ ਅਸਲੀ ਚਮਾਰ ਹੈ, ਉਹਨੂੰ ਚਮਾਰ ਕਹਿੰਦੇ। ਉਹਨਾਂ ਨੇ ਸ਼ਬਦ ਵੀ ਉਚਾਰੇ ਨੇ, ਚਮਰਟਾ ਗਾਂਠ ਨਾ ਜਨਈ, ਲੋਕ ਗਠਾਵੇਂ ਪਨਹੀ। ਮੈਂ ਤੇ ਜੁੱਤੀ ਗੰਢਣੀ ਜਾਣਦਾ ਹੀ ਨਹੀਂ, ਕਿਉਂਕਿ ਉਸ ਬੰਦੇ ਦਾ ਸਰੀਰਕ ਜੀਵਨ ਗੌਣ ਹੋ ਜਾਂਦਾ। ਗੌਣ ਦੇ ਅਰਥ ਨੇ ਸਰੀਰ ਦਾ ਬਹੁਤਾ ਧਿਆਨ ਨਹੀਂ ਦਿੰਦਾ। ਸਰੀਰ ਤੋਂ ਵੈਸੇ ਵੀ ਰੱਬ ਦੀ ਗੱਲ ਤੇ ਬੜੀ ਦੂਰ ਹੈ। ਤੁਸੀਂ ਵੇਖੋਗੇ ਜਿਹੜੇ ਬੰਦਿਆਂ ਵਿੱਚ ਸੰਸਾਰਿਕ ਵੀ ਕੋਈ ਗੁਣ ਆ ਜਾਂਦਾ ਨਾ, ਸੰਸਾਰਿਕ ਤੌਰ ਤੇ ਥੋੜੇ ਉੱਚੇ ਚੰਗੀ ਵਿਦਿਆ ਪ੍ਰਾਪਤ ਕਰ ਲੈਂਦੇ ਨੇ, ਉਹ ਤੁਸੀਂ ਉਹਨਾਂ ਕੋਲ ਜਾ ਕੇ ਵੇਖਣਾ, ਵਸਤਰ ਬਿਲਕੁਲ ਸਿੱਧੇ ਜਿਹੇ ਪਾਏ ਹੋਣਗੇ, ਸਰਲ ਜਿਹੇ ਕੱਪੜੇ ਪਾ ਕੇ ਬੈਠੇ ਹੋਣਗੇ। ਤੇ ਜਿਹੜਾ ਉਹਨਾਂ ਕੋਲੋਂ ਕੰਮ ਕਰਾਉਣਗੇ ਉਹ ਬੜੇ ਨੀਵੇਂ ਅਹੁਦੇ ਦਾ, ਉਹਨੇ ਚੰਗੀਆਂ ਪੱਟੀਆਂ ਪੁੱਟੀਆਂ ਲਾਈਆਂ ਹੋਣਗੀਆਂ, ਕਿਉਂਕਿ ਉਹਦਾ ਜਿਹੜਾ ਦਾਇਰਾ ਹੈ ਉਹ ਅਜੇ ਥੱਲੇ ਜਾ ਰਿਹਾ ਹੈ। ਦੂਜਾ ਆਦਮੀ ਸਰੀਰ ਤੋਂ ਅੱਗੇ ਚਲਾ ਗਿਆ, ਭਾਵੇਂ ਜੇ ਵਿਦਿਆ ਜਾਂ ਹੋਰ ਕੋਈ ਕਲਾ, ਫਿਰ ਵੀ ਅੱਗੇ ਨਿਕਲ ਗਿਆ। ਇਸ ਕਰਕੇ ਇਹ ਕਲਾ ਹੈ ਸਾਧ ਸੰਗਤ। ਸਤਿਗੁਰੂ ਨੇ ਕਿਹਾ, ਇਹ ਤਰਾਹੇ ਪਤ ਪਵੜੀਆਂ ਚੜੀਐ, ਇਹ ਨੇ ਪੌੜੀਆਂ ਕਿਹੜੀਆਂ? ਇੱਕ ਦੋ ਜੇਬੋਂ ਲੱਖ ਹੋਏ। ਇਸ ਰਾਹ ਤੇ ਤੁਰ ਸੱਜਣਾ, ਇਹ ਪੌੜੀਆਂ ਨੇ। ਸਾਹਿਬ ਕਹਿੰਦੇ, ਇਹ ਤਰਾਹੇ ਪਤ ਪਵੜੀਆਂ ਚੜੀਐ ਹੋਏ 21। ਇਹਨਾਂ ਤੇ ਜਿਹੜਾ ਚੜਨ ਲੱਗ ਪਿਆ, ਤੁਸੀਂ ਵੇਖੋਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ 22 ਵਾਰਾਂ ਨੇ। ਵਾਰਾਂ ਦਾ ਜਿਹੜਾ ਸਰੂਪ ਹੈ ਉਹ ਪੌੜੀਆਂ ਹੈ। ਹਰ ਇੱਕ ਦੇ ਆਸਾ ਦੀ ਵਾਰ ਵੇਖੋਗੇ, ਹਰ ਇੱਕ ਸ਼ਲੋਕਾਂ ਦੇ ਪਿੱਛੇ ਪੌੜੀ ਆਉਂਦੀ ਹੈ। ਬੜੇ ਪਿਆਰੇ ਨੇ ਅਰਥ ਇਹਦੇ। ਸ਼ਲੋਕ ਪਹਿਲਾਂ ਆਵੇਗਾ ਤੇ ਪੌੜੀ ਬਾਅਦ ਵਿੱਚ। 2 ਸ਼ਲੋਕ ਹੋਣਗੇ, ਪਿੱਛੇ ਇੱਕ ਪੌੜੀ ਹੋਵੇਗੀ।
ਤੇ ਸ਼ਲੋਕ ਦਾ ਕੀ ਅਰਥ ਹੈ? ਲੋਕ ਦਾ ਅਰਥ ਹੈ ਧਰਤੀ, ਦੁਨੀਆ। ਤੇ ਜਦੋਂ ਲੋਕ ਦੇ ਅੱਗੇ ਸੱਸਾ ਲੱਗ ਜਾਏ, ਸੱਸੇ ਦੇ ਅਰਥ ਨੇ ਸੁੰਦਰ ਦੁਨੀਆ। ਲੋਕ ਦਾ ਅਰਥ ਸੰਸਾਰ, ਧਰਤੀ। ਜਦੋਂ ਲੋਕ ਦੇ ਅੱਗੇ ਸੱਸਾ ਲੱਗ ਗਿਆ, ਸੱਸੇ ਦੇ ਅਰਥ ਨੇ ਸੁੰਦਰ। ਸੁੰਦਰ ਲੋਕ, ਪਰਮਾਤਮਾ ਦਾ ਲੋਕ, ਪਰਮਾਤਮਾ ਦੀ ਦੁਨੀਆ। ਤੇ ਪਰਮਾਤਮਾ ਦੀ ਦੁਨੀਆ ਦੇ ਸ਼ਲੋਕ, ਉਹ ਲੋਕ ਉੱਥੇ ਕਿਵੇਂ ਪਹੁੰਚੀਏ? ਥੱਲੇ ਪੌੜੀ ਲਿਖ ਦਿੱਤੀ। ਪੌੜੀ ਦਾ ਅਰਥ ਜਿਹਦੇ ਉੱਤੇ ਚੜ੍ਹੀਦਾ ਹੈ। ਸਾਰੀਆਂ ਪੌੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਚੜ੍ਹਨ ਵਾਸਤੇ ਨੇ। ਜਪਜੀ ਸਾਹਿਬ ਦੇ ਵਿੱਚ ਹੈ ਨਹੀਂ ਪੌੜੀਆਂ ਨੇ, 38 ਪੌੜੀਆਂ ਨੇ। ਪੌੜੀਆਂ ਕਾਹਦੇ ਵਾਸਤੇ ਨੇ? ਸਰੀਰ ਨਹੀਂ ਚੜ੍ਹਦਾ ਉਹਨਾਂ ਤੇ। ਉਹਨਾਂ ਇੱਕ ਇੱਕ ਪੌੜੀ ਦੇ ਉੱਤੇ ਸੁਰਤ ਚੜ੍ਹਦੀ ਜਾਂਦੀ, ਸਹਿਜੇ ਸਹਿਜੇ ਚੜ੍ਹਦੀ ਚੜ੍ਹਦੀ ਸੁਰਤ ਕਿੱਥੇ ਚਲੀ ਜਾਂਦੀ? ਇੱਥੋਂ ਸ਼ੁਰੂ ਹੁੰਦੀ ਹੈ ਸੁਰਤ। ਸੋਚੈ ਸੋਚ ਨਾ ਹੋਵੇ। ਤੇ ਜਿਉਂ ਜਿਉਂ ਅੱਗੇ ਵਧੀ ਜਾਂਦੀ ਹੈ, ਇੱਕ ਸਮੇਂ ਉਹ ਵਕਤ ਆ ਜਾਂਦਾ ਹੈ ਜਿੱਥੇ ਜਾ ਕੇ ਇਹ ਆਪਾਂ ਕਹਿ ਸਕਨੇ ਆ ਕਿ ਜਿਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਪੌੜੀਆਂ ਨੇ ਸਾਰੀਆਂ, ਇਹ ਰਾਹ। ਗੱਲ ਕਰ ਰਿਹਾ ਸੀ ਅੱਜ ਦੇ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਹੈ। ਉਹ ਕਹਿੰਦੇ ਨੇ, ਵੇਖੋ ਸਿਰ ਕੰਬਦਾ, ਸ਼ਲੋਕ ਹੈ 47 ਨੰਬਰ। ਪੈਰ ਡੋਲਦੇ ਨੇ, ਅੱਖਾਂ ਵਿੱਚ ਨਜ਼ਰ ਘਟ ਗਈ। ਸਰੀਰ ਤੇ ਜਵਾਬ ਦੇ ਗਿਆ, ਮਨ ਨੇ ਅਜੇ ਜਵਾਬ ਨਹੀਂ ਦਿੱਤਾ। ਕਹੋ ਨਾਨਕ ਇਹ ਵਿਦ ਭਈ, ਤਉ ਨਾ ਹਰ ਰਸ ਲੀਨ। ਤੇ ਮੈਂ 3 ਵਿਸ਼ੇ ਕਹਿ ਰਿਹਾ ਸਾਂ। ਸਤਿਗੁਰੂ ਨੇ ਕਿਹਾ ਇਹ ਬੰਦਾ ਭੁੱਲਿਆ ਹੋਇਆ, ਇਹਨੂੰ ਰਾਹ ਹੀ ਦੱਸ ਦਈਏ। ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਕੀ ਦੱਸਿਆ ਗੁਰੂ ਨੇ? ਗੁਰੂ ਨੇ ਦੱਸਿਆ 3 ਚੀਜ਼ਾਂ ਨੂੰ ਤਬਦੀਲ ਕਰ ਦੇ। ਕਰਮ ਤਬਦੀਲ ਕਰ ਦੇ, ਵਿਚਾਰਾਂ ਨੂੰ ਤਬਦੀਲ ਕਰ ਦੇ, ਤੇ ਭਾਵ ਨੂੰ ਤਬਦੀਲ ਕਰ ਦੇ। ਕਰਮ ਦਾ ਸੰਬੰਧ ਹੈ ਬੋਲਣ ਨਾਲ। ਤੇ ਇੱਥੋਂ ਆਪਾਂ ਅੱਗੇ ਚਲੇ ਗਏ ਸੀ। ਬੋਲਣਾ ਕੀ ਹੈ? ਬੋਲੋ ਰਾਮ ਕਰੇ ਨਿਸਤਾਰਾ। ਰਸਨਾ ਦਾ ਕਰਮ ਹੈ ਬੋਲਣਾ। ਇਹਦੇ ਨਾਲ ਠੀਕ ਬੋਲ। ਯਾਦ ਰੱਖ, ਤੂੰ ਮੰਗਦਾ ਤੇ ਗੁਰੂ ਕੋਲੋਂ ਹੈ, ਮੇਰਾ ਜੀਵਨ ਰਸ ਨਾਲ ਭਰਿਆ ਜਾਏ, ਬੇਰਸ ਨਾ ਹੋਵੇ। ਹਰ ਇੱਕ ਮਨੁੱਖ ਇਹੀ ਤੇ ਮੰਗਦਾ ਹੈ, ਜੀਵਨ ਹੋਵੇ ਰਸ ਵਾਲਾ, ਆਨੰਦ ਵਾਲਾ। ਤੇ ਸਤਿਗੁਰੂ ਨੇ ਕਿਹਾ ਬੋਲਦਾ ਬੜਾ ਫਿੱਕਾ ਹੈ, ਜੀਵਨ ਵਿੱਚ ਚਾਹੁੰਦਾ ਹੈ ਰਸ। ਤੇ ਕਹਿ ਦਿੱਤਾ ਨਾਨਕ ਫਿੱਕਾ ਬੋਲੀਐ, ਤਨ ਮਨ ਫਿੱਕਾ ਹੋਏ। ਜਦੋਂ ਤੂੰ ਫਿੱਕੇ ਸ਼ਬਦ ਵਰਤੇਗਾ, ਸਰੀਰ ਨੇ ਵੀ ਫਿੱਕਾ ਹੋ ਜਾਣਾ, ਤੇਰੇ ਮਨ ਨੇ ਵੀ ਫਿੱਕਾ ਹੋ ਜਾਣਾ। ਫਿੱਕਾ ਮੂਰਖ ਆਖੀਐ, ਮੂੰਹ ਥੁੱਕਾਂ ਫਿੱਕੇ ਪਾਹੇ। ਸਭ ਕੁਝ ਫਿੱਕਾ ਉਸ ਬੰਦੇ ਦਾ ਜਿਨਨੇ ਫਿੱਕਾ ਬੋਲਿਆ, ਉਹ ਆਪ ਵੀ ਫਿੱਕਾ ਹੋ ਗਿਆ। ਪਰ ਜਿਨ੍ਹਾਂ ਨੇ ਇਸ ਕਰਮ ਦੀ ਠੀਕ ਵਰਤੋਂ ਕੀਤੀ, ਪਰਮਾਤਮਾ ਅੱਗੇ ਅਰਦਾਸ ਕੀਤੀ, ਉਹਨਾਂ ਦਾ ਕਰਮ ਬਦਲ ਗਿਆ। ਦੂਸਰਾ ਵਿਚਾਰ। ਜਦੋਂ ਕਰਮ ਬਦਲ ਜਾਣ, ਫਿਰ ਵਿਚਾਰ ਬਦਲਣ ਦੀ ਵਾਰੀ ਆਉਂਦੀ। ਸਿੱਧੇ ਨਹੀਂ ਵਿਚਾਰ ਬਦਲਦੇ, ਪਹਿਲਾਂ ਕਰਮ ਬਦਲਣਗੇ। ਵੇਖਣਾ, ਸੁਣਨਾ, ਬੋਲਣਾ, ਹੱਥਾਂ ਨਾਲ ਕੰਮ ਕਰਨਾ, ਖਾਣਾ। ਇਹਦੇ ਵਿੱਚ ਜਦੋਂ ਤਬਦੀਲੀ ਆਵੇਗੀ, ਸਰੀਰ ਨਾਲ ਸੰਬੰਧਿਤ ਚੀਜ਼ਾਂ ਵਿੱਚ ਜਦੋਂ ਤਬਦੀਲੀ ਆ ਜਾਏਗੀ, ਤੇ ਸਮਝ ਲੈਣਾ ਬੰਦੇ ਨੇ ਤੀਸਰਾ ਹਿੱਸਾ ਧਰਮ ਦੀ ਯਾਤਰਾ ਕਰ ਲਈ। ਤੀਸਰਾ ਹਿੱਸਾ ਉਸਨੇ ਅੱਗੇ ਲੰਘ ਗਿਆ। ਹੁਣ ਇਹਦੇ ਤੋਂ ਅੱਗੇ ਦੂਸਰਾ ਹਿੱਸਾ ਜਿਹੜਾ 30% ਨਿਕਲ ਗਿਆ, 33%। ਅਗਲਾ ਆ ਗਿਆ ਵਿਚਾਰ। ਹੁਣ ਵਿਚਾਰ ਬਦਲਨੇ ਨੇ। ਉਹਨੇ ਵਿਚਾਰਾਂ ਦੀ ਦੁਨੀਆ ਜਿਹੜੀ ਸਾਡੀ ਸੋਚ ਹੈ। ਔਰ ਸਿਆਣੇ ਕਹਿੰਦੇ ਨੇ ਬੰਦਾ ਠੀਕ ਸੋਚੇ ਤੇ ਠੀਕ ਹੋਣ ਲੱਗ ਪੈਂਦਾ ਹੈ। ਇਹ ਇੱਕ ਵਿਗਿਆਨ ਹੈ। ਭਾਵੇਂ ਅਸੀਂ ਕਹਿੰਦੇ ਹਾਂ ਕਰਮਾਂ ਦੇ ਨਾਲ ਸਭ ਕੁਝ ਜੁੜਿਆ ਹੈ, ਪਰ ਇਹ ਵੀ ਇੱਕ ਸੱਚ ਹੈ, ਜੇ ਤੁਸੀਂ ਜਿਹੜੀ ਤੁਸੀਂ ਚੀਜ਼ ਚਾਹੁੰਦੇ ਹੋ ਉਸ ਤਰ੍ਹਾਂ ਸੋਚੋ। ਜੇ ਤੁਸੀਂ ਉਸਾਰੂ ਸੋਚੋਗੇ, ਪੋਜ਼ਿਟਿਵ ਸੋਚੋਗੇ, ਅੰਦਰੋਂ ਤਰੰਗਾਂ ਪੋਜ਼ਿਟਿਵ ਨਿਕਲਣਗੀਆਂ। ਜੇ ਆਪਾਂ ਅੰਦਰੋਂ ਹੀ ਕਿਸੇ ਨਾਲ ਸੋਚੀ ਜਾਂਦੇ ਆ ਇਹ ਮੇਰਾ ਦੁਸ਼ਮਣ ਹੈ, ਇਹਨੇ ਮੇਰਾ ਮਾੜਾ ਹੀ ਕਰਨਾ ਹੈ, ਇਹ ਮੇਰਾ ਵਿਰੋਧੀ ਹੈ, ਤੇ ਉਹ ਤਰੰਗਾਂ ਦੂਜੇ ਨੂੰ ਵੀ ਉਸ ਤਰ੍ਹਾਂ ਖਿੱਚ ਲੈਣਗੀਆਂ। ਜੇ ਸਾਡੇ ਅੰਦਰੋਂ ਉਸਾਰੂ ਵਿਚਾਰ, ਚੰਗੇ ਵਿਚਾਰ ਨਿਕਲਣਗੇ, ਤੇ ਜਿਹਦੇ ਬਾਰੇ ਅਸੀਂ ਸੋਚਨੇ ਆ ਉਹਦਾ ਜਿਹੜਾ ਪ੍ਰੈਸ਼ਰ ਉਹ ਵੀ ਬਦਲ ਜਾਏਗਾ ਮਨ ਦਾ, ਉਹਦੇ ਵਿੱਚ ਵੀ ਤਬਦੀਲੀ ਆ ਜਾਏਗੀ। ਦੂਜਾ ਹਿੱਸਾ ਵਿਚਾਰ ਬਦਲ ਦਿੱਤੇ ਗੁਰੂ ਨੇ,
ਤੇ ਜਦੋਂ ਇਹ ਦੋ ਚੀਜ਼ਾਂ ਬਦਲ ਗਈਆਂ, ਭਾਵਨਾ ਤੇ ਆਪੇ ਬਦਲ ਗਈ। ਉਹਨੂੰ ਬਦਲਣਾ ਪੈਂਦਾ ਹੀ ਨਹੀਂ, ਭਾਵਨਾ ਆਪੇ ਹੀ ਸ਼ੁੱਧ ਹੋ ਗਈ, ਭਾਵਕ ਹੋ ਗਿਆ। ਫਿਰ ਉਹਨੂੰ ਕਹਿੰਦੇ ਨੇ ਹੁਣ ਇਹ ਬੰਦਾ ਭਾਵ ਭਗਤੀ ਕਰਦਾ ਹੈ, ਪ੍ਰੇਮ ਵਿੱਚ ਚਲਾ ਗਿਆ। ਤਾਂ ਇਹ ਤਿੰਨ ਚੀਜ਼ਾਂ ਬਦਲੀਆਂ ਕਿਹਨਾਂ ਦੀਆਂ? ਜਿਨ੍ਹਾਂ ਨੇ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਤੇ ਭੁੱਲੇ ਬੰਦੇ ਨੂੰ ਗੁਰੂ ਨੇ ਰਾਹ ਦੱਸਿਆ। ਕਹਿਣ ਲੱਗੇ ਲੱਗੀ ਹੋਈ ਅੱਗ ਨੂੰ ਲੱਕੜਾਂ ਨਾਲ ਨਹੀਂ ਬੁਝਾਈਦਾ, ਅੱਗ ਬੁਝਾਣੀ ਹੋਵੇ ਤੇ ਪਾਣੀ ਦੀ ਵਰਤੋਂ ਕਰੀਦੀ ਏ। ਮਨ ਦੀ ਭੁੱਖ ਉਤਾਰਨੀ ਹੋਵੇ, ਸੰਸਾਰ ਦਾ ਕੋਈ ਪਦਾਰਥ ਨਹੀਂ ਉਤਾਰ ਸਕਦਾ, ਉਹ ਲੱਕੜਾਂ ਦਾ ਕੰਮ ਕਰਦਾ ਹੈ। ਜੇ ਤੂੰ ਮਨ ਨੂੰ ਰਜਾਉਣਾ ਹੈ ਤੇ ਮਨ ਨੂੰ ਰਜਾਉਣ ਦਾ ਵਸੀਲਾ ਰੱਬ ਦੀ ਯਾਦ ਹੈ। ਤੂੰ ਚਾਹੁੰਦਾ ਸੰਸਾਰ ਨਾਲ ਮਨ ਰੱਜੇ, ਇਹ ਮਾਰਗ ਜਦੋਂ ਦੱਸਿਆ ਤੇ ਇਸ ਨੂੰ ਸਤਿਗੁਰੂ ਕਹਿੰਦੇ ਭੂਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਤੇ ਗੁਰੂ ਨੇ ਕਿਹੜਾ ਰਾਹ ਦੱਸਿਆ? ਅਗਲੀ ਪੰਕਤੀ ਵਿੱਚ ਰਾਹ ਵੀ ਦੱਸ ਦਿੱਤਾ। ਮਹਾਰਾਜ ਰਸਤਾ ਕਿਹੜਾ? ਸਹਿਬ ਕਹਿੰਦੇ ਸਿਮਰ ਮਨਾ ਰਾਮ ਨਾਮ ਚਿਤਾਰੇ। ਤੂੰ ਇਸ ਰਾਹ ਨੂੰ ਫੜ ਲੈ, ਪਰਮਾਤਮਾ ਦੇ ਚਰਨਾਂ ਨੂੰ ਚੇਤੇ ਕਰ। ਪਰਮਾਤਮਾ ਦੇ ਚਰਨ ਨੇ ਗੁਰੂ ਕਾ ਸ਼ਬਦ, ਉਹਨੂੰ ਚੇਤੇ ਵਿੱਚ ਲਿਆ। ਫਿਰ ਕੀ ਹੋਵੇਗਾ? ਜਦੋਂ ਵਾਰ-ਵਾਰ ਚੇਤੇ ਕਰੇਗਾ, ਫਿਰ ਸਾਹਿਬ ਕਹਿੰਦੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਉਹ ਚਰਨ ਤੇਰੇ ਮਨ ਵਿੱਚ ਵਸ ਜਾਣਗੇ। ਉਸ ਤੋਂ ਅੱਗੇ ਕੀ ਹੋਵੇਗਾ? ਫਿਰ ਸਾਹਿਬ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਜ਼ਿੰਦਗੀ ਦੇ ਸਾਰੇ ਬੰਧਨ ਉਹਦੇ ਨਾਲ ਕੱਟੇ ਗਏ। ਬੰਧਨ ਕਾਟ ਮੁਕਤ ਗੁਰ ਕੀਨਾ, ਅਗਨ ਸਾਗਰ ਬੂੜਤ ਸੰਸਾਰਾ। ਨਾਨਕ ਬਾਹਾਂ ਪਕੜ ਸਤ ਗੁਰ ਨਿਸਤਾਰਾ। ਅਗਨੀ ਦੇ ਕੁੰਡ ਵਿੱਚ ਬੰਦਾ ਡੁੱਬਦਾ ਸੀ, ਗੁਰੂ ਨੂੰ ਤਰਸ ਆ ਗਿਆ, ਗਲਤ ਰਾਹ ਤੇ ਜਾ ਰਿਹਾ ਹੈ, ਗਲਤ ਖੋਜਾਂ ਕਰ ਰਿਹਾ ਹੈ। ਲੱਗੀ ਪਿਆਸ ਹੈ, ਖਾਈ ਮਿੱਟੀ ਜਾਂਦਾ, ਕਿਵੇਂ ਬੁਝਾਏਗੀ ਪਿਆਸ? ਪਾਣੀ ਤੋਂ ਬਿਨਾਂ ਨਹੀਂ। ਤਾਂ ਇਸ ਤੁਕ ਨੂੰ ਮੈਂ ਵਿਸ਼ਾ ਸਮੇਟਣ ਦਾ ਯਤਨ ਕਰਾਂ। ਸਾਹਿਬ ਕਹਿੰਦੇ ਨੇ ਭੁੱਖ ਲੱਗੀ ਮਨ ਦੀ, ਮਨ ਤ੍ਰਿਪਤ ਨਹੀਂ ਹੋਇਆ ਤੇ ਤਨ ਜਿਹੜਾ ਬੁਢੇਪੇ ਵਿੱਚ ਚਲਾ ਗਿਆ। ਮਨ ਜਵਾਨ ਹੈ ਤੇ ਸਰੀਰ ਬੁੱਢਾ ਹੋ ਗਿਆ, ਹੋਰ ਦੁੱਖ ਵੱਧ ਗਿਆ। ਪਹਿਲਾਂ ਤੇ ਠੀਕ ਸੀ, ਮਨ ਤੇ ਹੈ ਹੀ ਸੀ ਤ੍ਰਿਸ਼ਨਾਲੂ, ਚਲੋ ਸਰੀਰ ਤੇ ਤਕੜਾ ਸੀ ਨਾ, ਉਹਦੀ ਪੂਰਤੀ ਕਰ ਦਿੰਦਾ ਸੀ। ਹੁਣ ਸਰੀਰ ਕਹਿੰਦੇ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਣ। ਮਨ ਦੀ ਅਭਿਆਸ ਹੋ ਗਿਆ ਸੰਸਾਰ ਨੂੰ ਭੋਗਣ ਦਾ। ਹੁਣ ਸਤਿਗੁਰੂ ਉਹਦੀ ਦਵਾਈ ਦੱਸਦੇ ਨੇ। ਕਹਿਣ ਲੱਗੇ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਕਿਹਦੇ ਨਾਲ ਉਤਰੇਗੀ? ਉਹਦੇ ਨਾਮ ਨਾਲ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਸਾਹਿਬ ਕਹਿੰਦੇ ਸਿਰ ਕੰਪਿਓ, ਸਿਰ ਕੰਬਦਾ ਮਨੁੱਖ ਦਾ, ਬੁਢੇਪੇ ਦੀ ਕਮਜ਼ੋਰੀ ਦਰਸਾ ਰਹੇ ਨੇ। ਪੱਗ ਡਗਮਗੇ, ਪੱਗ ਦੇ ਅਰਥ ਨੇ ਪੈਰ, ਪੈਰ ਡੋਲਦੇ ਨੇ ਕਮਜ਼ੋਰੀ ਨਾਲ। ਨੈਣ ਜੋਤ ਤੇ ਹੀਨ, ਅੱਖਾਂ ਦੀ ਨਜ਼ਰ ਘਟ ਗਈ ਏ। ਕਹੋ ਨਾਨਕ ਇਹ ਬਿਦ ਭਈ, ਇਹ ਬਿਦ ਦਾ ਅਰਥ ਹੈ ਸਰੀਰ ਦੀ ਇਹ ਹਾਲਤ ਬਣ ਗਈ ਏ। ਪਰ ਕਹਿੰਦੇ ਦੇਖੋ ਤਉ ਨਾ ਹਰ ਰਸ ਲੀਨ, ਅਜੇ ਵੀ ਮਨ ਦੀ ਤ੍ਰਿਸ਼ਨਾ ਨਹੀਂ ਗਈ। ਮਨ ਉੱਥੇ ਹੀ ਖੜਾ ਹੈ, ਉਹਦੇ ਤੋਂ ਅੱਗੇ ਨਹੀਂ ਤੁਰਿਆ। ਹੁਣ ਹੋ ਵੀ ਨਹੀਂ ਸਕਦਾ, ਮਨ ਵਿੱਚ ਗੈਲਾਂ ਪੈ ਗਈਆਂ ਪੱਕੀਆਂ ਵਿਚਾਰਾਂ ਦੀਆਂ। ਅਗਲਾ ਸ਼ਲੋਕ ਹਜ਼ੂਰ ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ 25-26 ਸਾਲ ਬਹਿ ਕੇ ਇਸ ਗੱਲ ਦਾ ਤਜਰਬਾ ਕੀਤਾ ਹੈ। ਇਹ ਜਿਹੜੀ ਬਾਣੀ ਹੈ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੈਸੇ ਤੇ ਕਈ ਜਨਮਾਂ ਦਾ ਇਹ ਤਜਰਬਾ ਹੈ, ਪਰ ਸਾਡੇ ਸਾਹਮਣੇ ਬਾਬੇ ਬਕਾਲੇ ਵਿੱਚ ਬਹਿ ਕੇ ਵੀ ਤੇ ਉਹਨਾਂ ਨੇ ਕਿੰਨੇ ਸਾਲ ਲਾ ਦਿੱਤੇ। ਉਹਦਾ ਤਜਰਬਾ ਕਰਕੇ ਕਹਿੰਦੇ ਮੈਂ ਨਿਜ ਕਰ ਦੇਖਿਓ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਿੱਜੀ ਤੌਰ ਤੇ ਕਮਾ ਕੇ ਵੇਖਿਆ। ਕੀ ਦੇਖਿਆ?
ਕਹਿੰਦੇ ਕੋ ਕਾਹੂ ਕੋ ਨਾਹੇ, ਇੱਥੇ ਕਿਸੇ ਦਾ ਕੋਈ ਨਹੀਂ, ਭੁਲੇਖਾ ਹੀ ਲੱਗ ਗਿਆ। ਬਸ ਭੁਲੇਖਾ ਲੱਗ ਗਿਆ, ਇਹ ਭਰਾ ਹੈ, ਇਹ ਇਸਤਰੀ ਹੈ, ਪਤੀ ਹੈ, ਇਹ ਪੁੱਤਰ ਹੈ, ਮਾਂ ਹੈ, ਇਹ ਮਿੱਤਰ ਹੈ, ਇਹ ਕੀ ਨੇ ਸਾਰੇ, ਇਹ ਤੇ ਭੁਲੇਖੇ ਨੇ। ਭੁਲੇਖੇ ਵਿੱਚ ਪੈ ਗਿਆ। ਕੋ ਕਾਹੂ ਕੋ ਨਾਹੇ, ਜੋ ਇਹਦਾ ਹੈ ਸੀ ਉਹਦੇ ਬਾਰੇ ਇਹਨੇ ਕਦੀ ਜਾਣਿਆ ਨਹੀਂ, ਜੋ ਇਹਦਾ ਹੀ ਸੀ ਔਰ ਉਹਨੇ ਸਦਾ ਇਹਦੇ ਰਹਿਣਾ ਸੀ, ਜੋ ਇਹਦਾ ਰਹਿ ਨਹੀਂ ਸਕਦਾ ਉਸ ਨੂੰ ਸਮਝਿਆ ਮੇਰਾ। ਕੋ ਕਾਹੂ ਕੋ ਨਾਹੇ, ਕੀ ਹੈ ਬੰਦੇ ਦੀ ਆਪਣੀ ਪੂੰਜੀ। ਕਹਿਣ ਲੱਗੇ ਨਾਨਕ ਥਿਰ ਹਰ ਭਗਤ ਹੈ, ਸਿਰਫ ਇੱਕ ਰਹਿਣ ਵਾਲੀ ਚੀਜ਼ ਪਰਮਾਤਮਾ ਦੀ ਬੰਦਗੀ ਹੈ, ਉਹਦੀ ਯਾਦ ਹੈ। ਤੇ ਰਾਖੋ ਮਨ ਮਾਹੇ, ਉਸ ਭਗਤੀ ਨੂੰ, ਉਸ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਨੂੰ ਮਨ ਦੇ ਵਿੱਚ ਟਿਕਾ ਕੇ ਰੱਖੋ, ਮਨ ਦੇ ਵਿੱਚ ਧਾਰਨ ਕਰੀਏ, ਉਸ ਪਰਮਾਤਮਾ ਦੇ ਨਾਮ ਨੂੰ ਅੰਦਰ ਟਿਕਾਈਏ। ਸੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਬਚਨ ਸਾਡੇ ਹਿਰਦੇ ਵਿੱਚ, ਸਾਡੇ ਜੀਵਨ ਵਿੱਚ ਵਸਣ। ਆਓ ਹੁਣ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।